ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਅੱਜ ਤੁਹਾਡੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ ਅਸੀਂ ਸਾਰੇ ਮਿਲ ਕੇ, ਤੇ ਉਹਨਾਂ ਦੇ ਨਾਲ ਵਿਚਾਰ ਦੀ ਸਾਂਝ ਉਹਨਾਂ ਦੇ ਪ੍ਰਤੀ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੋ ਸਿੱਖ ਸ਼ਹੀਦੀ ਦੇ ਵਿਚਾਰ ਨੇ, ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਡੇ ਸਿੱਖ ਧਰਮ ਦੇ ਨਾਲ ਜੋ ਜੁੜੇ ਹੋਏ ਨੇ, ਉਹ ਤੁਹਾਡੇ ਨਾਲ ਸਾਂਝੇ ਕਰਨੇ ਨੇ। ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੋ ਸਾਡੇ 6ਵੇਂ ਪਾਤਸ਼ਾਹ ਨੇ, ਉਹਨਾਂ ਦੇ ਘਰ ਜਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਉਹ ਸਮਾਂ ਸੀ ਜਦ ਗੁਰੂ ਸਾਹਿਬ ਜੀ ਆਸਾ ਜੀ ਦਰਬਾਰ ਦਾ ਕੀਰਤਨ ਜੋ ਸੁਣ ਰਹੇ ਸੀ। ਸੰਗਤਾਂ ਨੇ ਆ ਕੇ ਜਦ ਇਨਫੋਰਮ ਕੀਤਾ ਤੇ ਕਿ ਗੁਰੂ ਸਾਹਿਬ ਜੀ ਅੱਜ ਤੁਹਾਡੇ ਘਰ ਸਪੁੱਤਰ ਸਾਹਿਬ ਨੇ ਜਨਮ ਲਿੱਤਾ ਹੈ, ਸਾਹਿਬਜ਼ਾਦਾ ਜੀ ਨੇ। ਤੇ ਗੁਰੂ ਸਾਹਿਬ ਦੀ ਸਮਾਪਤੀ ਤੋਂ ਉਪਰੰਤ ਜਿਹੜੇ ਨੇ ਉੱਠੇ ਜਾ ਕੇ ਉਹਨਾਂ ਜਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦੇਖਿਆ ਜਾ ਕੇ, ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਪਣੀ ਗੋਦੀ 'ਚ ਲਿਆ ਤੇ ਉਹਨਾਂ ਦੇ ਛੋਟੇ ਛੋਟੇ ਦੋਵੇਂ ਚਰਨਾਂ ਨੂੰ ਲੈ ਕੇ ਆਪਣੇ ਸੀਸ ਦੇ ਨਾਲ ਲਾਇਆ। ਇਹ ਕੌਤਕ ਦੇਖ ਕੇ ਸਾਰਾ ਜਿਹੜਾ ਸਿੱਖ ਜਿਹੜੇ ਹਨ ਗੁਰੂ ਸਾਹਿਬ ਦੇ ਆਸ-ਪਾਸ ਜੋ ਵੀ ਹਨ ਗੁਰਸਿੱਖ ਸਾਰੇ ਵੇਖ ਕੇ ਹੈਰਾਨ ਰਹਿ ਗਏ ਕਿ ਇਹ ਕਿੱਕਣ ਹੋ ਸਕਦਾ ਹੈ। ਗੁਰੂ ਸਾਹਿਬ ਜੀ ਅੱਜ ਤੱਕ ਜਿੰਨੇ ਵੀ ਸਾਹਿਬਜ਼ਾਦੇ ਹੋਏ ਨੇ, ਤੁਸੀਂ ਅੱਜ ਤੱਕ ਇਹ ਕੰਮ ਕੀਤਾ ਨਹੀਂ, ਇਹਨਾਂ ਦੇ ਸੀਸ ਨੂੰ ਤੁਸੀਂ ਮਤਲਬ ਇਹਨਾਂ ਦੇ ਚਰਨਾਂ ਤੁਸੀਂ ਆਪਣੇ ਸੀਸ ਨਾਲ ਕਿਉਂ ਲਾਇਆ? ਤੇ ਗੁਰੂ ਸਾਹਿਬ ਜੀ ਆਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੀਨ ਦਾ ਰਕਸ਼ਕ ਹੋਏਗਾ, इसने अपना आप मिटा के पूरे संसार वास्ते बहुत कुछ करना है। वाहिगुरु गुरु तेग बहादुर महाराज जी के शहीदी के उत्ते मनाने वाहिगुरु जी जब आनंदपुर साहब के जे टाइम ते जब गुरु साहब जी उत्थे विराजमान ने ते कश्मीरी पंडित जड़े बड़े औखे हो गए हैं क्योंकि मुगल बादशाह ने उन्होंने उत्ते बड़े जोर जुलम करने हिंदुओं उत्ते शुरू कर दिते हैं। एक जनेऊ का वजन असं लोग कितना समझने हैं वाहिगुरू, एक जनेऊ एक बहुत ही माइनर जिहा वजन होंदा है। मतलब औरंगजेब की करदा है जिस पिंड च जाना जिस शहर च जाना मतलब 1.25 मन जनेऊ एक दिन च उतार दिंदा है। मतलब इन्ने हिंदुओं नूं रोज मुसलमान बना रहा है। ਇਹ देख के मतलब ਜਿਹੜੇ कश्मीरी पंडित हैं मतलब कहते ना कि ਜਿਹੜਾ ਆਗੂ ਹੁੰਦਾ ਹੈ ਧਰਮ ਦਾ ਤੇ ਸਾਰੇ ਉਹਨਾਂ ਨੂੰ ਦੇਖ ਕੇ ਹੀ ਥੋੜੇ ਹੁੰਦੇ ਨੇ ਕਿ ਆਗੂ ਦੇ ਕੋਲ ਹੀ ਜਾਇਆ ਜਾਵੇ, ਤੇ ਸਾਰੇ ਹਿੰਦੂਆਂ ਨੇ ਜਾ ਕੇ ਆਪਣਾ ਆਗੂਆਂ ਨੇ ਆ ਕੇ ਕਿ ਪੰਡਿਤਾਂ ਸਾਰੇ ਪੰਡਿਤ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਜਾਣਾ ਚਾਹੁੰਦੇ ਨੇ। ਲੇਕਿਨ ਉਹਨਾਂ ਜਾਣੇ ਤੋਂ ਪਹਿਲੇ ਉਹਨਾਂ ਕੀ ਕੀਤਾ ਕਿ ਅਮਰਨਾਥ ਦੀ ਯਾਤਰਾ ਉਹਨਾਂ ਪੰਡਿਤਾਂ ਮਿਲ ਕੇ ਕੀਤੀ ਜਾ ਕੇ, ਉੱਥੇ ਜਾ ਕੇ ਉਹਨਾਂ ਨੇ ਸ਼ਿਵ ਜੀ ਦਾ ਤਪ ਕੀਤਾ। ਤਪ ਕਰਕੇ ਸ਼ਿਵ ਜੀ ਨੇ ਆਵਾਜ਼ ਦਿੱਤੀ ਕਿ ਗੁਰੂ ਨਾਨਕ ਦਾ ਘਰ ਇੱਕ ਐਸਾ ਘਰ ਹੈ ਜਿਹੜਾ ਤੁਹਾਨੂੰ ਇਸ ਮੁਸੀਬਤ ਤੋਂ ਨਿਜਾਤ ਦਿਲਵਾ ਸਕਦਾ ਹੈ। ਤਾਂ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲੋਂ ਪੰਡਿਤ ਆਏ, ਉਹ ਡਾਇਰੈਕਟ ਨਹੀਂ ਆਇਆ ਕਿਉਂਕਿ ਉਹ ਪੰਡਿਤ ਵੀ ਬੜੇ मतलब ਤਪੀ ਹਨ, मतलब ਕਾਫੀ ਆਪਣੇ ਧਰਮ 'ਚ ਜੁੜੇ ਹੋਏ ਹਨ, ਲੇਕਿਨ ਉਹਨਾਂ ਨੂੰ ਕੋਈ ਰਸਤਾ ਨਹੀਂ ਦਿਖਾਈ ਦੇ ਰਿਹਾ ਹੈ। ਤੇ ਉਹ ਪੁਕਾਰ ਲੈ ਕੇ ਗੁਰੂ ਨਾਨਕ ਦੇ ਘਰ 'ਚ ਆਏ, 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ 'ਚ ਆਏ ਕਿ ਸਿਰਫ ਤੁਸੀਂ ਹੀ ਹੋ ਕਿ ਗੁਰੂ ਸਾਹਿਬ ਜੀ ਜੋ ਸਾਨੂੰ ਰੱਖਿਆ ਸਾਡੀ ਕਰ ਸਕਦੇ ਹੋ। 8 ਸਾਲ ਦੀ ਅਵਸਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ खेडते खेडते गुरु साहब जी उत्थे आस-पास गुरु साहब जी आ गए गुरु तेग बहादुर महाराज जी को बोलते हैं आके कि गुरु साहब जी तुसी इन्ने परेशान क्यों हो, मतलब क्यों मतलब तुहाडी तुसी कीकन मतलब मैं देख रहा वा कि पंडित तुहाडे कोल बैठे हुए ने। ते गुरु साहब जी आख्या कि इस टाइम किसी महापुरुष की शहीदी की जरूरत है क्योंकि वो शहीदी जब तक होनी नहीं तब तक मुगलों का जिहड़ा वे अंत नहीं होना, मुगलों ने अपना ठार नहीं पानी। ਤੇ ਇੱਕ ਛੋਟਾ ਜਿਹਾ ਬੱਚਾ ਆਪਣੇ ਪਿਤਾ ਜੀ ਨਾਲ ਆਖਦਾ ਹੈ ਇਸ ਟਾਈਮ ਕੋਈ ਸਿੱਧ ਪੁਰਸ਼ ਤੁਹਾਡੇ ਵਰਗਾ ਤਾਂ ਹੋ ਨਹੀਂ ਸਕਦਾ, ਤੁਸੀਂ ਕਿਉਂ ਨਹੀਂ ਸ਼ਹਾਦਤ ਦੇ ਦਿੰਦੇ ਜਾ ਕੇ? ਇੱਕ ਆਪਣਾ मतलब ਇੱਕ ਬੱਚਾ ਆਪਣੇ ਪਿਓ ਨੂੰ ਆਖ ਰਿਹਾ ਹੈ ਕਿ ਤੁਸੀਂ ਸ਼ਹਾਦਤ ਦੇ ਦਿਓ ਜਾ ਕੇ। ਬੋਲੇ ਸੋ ਨਿਹਾਲ। ਬੜੀ ਵੱਡੀ ਗੱਲ ਹੈ। ਸਾਨੂੰ ਗਰਵ ਹੋਣਾ ਚਾਹੀਦਾ ਹੈ ਕਿ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪਿਤਾ ਜੀ ਨੂੰ ਜੋ ਦੁਨਿਆਵੀ ਪਿਤਾ ਜੀ ਨੇ ਉਹਨਾਂ ਨੂੰ ਕਹਿ ਰਹੇ ਨੇ ਤੁਸੀਂ ਜਾ ਕੇ ਸ਼ਹਾਦਤ ਦੇ ਦਿਓ। ਤੇ ਪਿਤਾ ਜੀ मैं एक्चुअली संक्षेप च थोड़ा सा क्योंकि समय की घाट है बहुत बाकी तो कथा बहुत लंबी है वाहिगुरू मैं छोटी जी कथा करके मतलब जो संगतां नूं बस जो इंपॉर्टेंट पॉइंट है उस क्लियर करना चाह रहे हैं वाहिगुरू जो गुरु साहब सोची देती है।
फिर उतों दी गुरु साहब जिहड़े ने चाले पाते हैं गुरु तेग बहादुर महाराज जी संगतां नूं सारी इकट्ठियां हो जांदियां गुरसिख सारे इकट्ठे हो जाते हैं बहुत उदास ने सारे वेख के 3 जी ने उन्होंने घर सिर्फ गुरु गोबिंद सिंह महाराज जी माता नानकी जी ते गुरु साहब जी दे महल जिहड़े ने वो आके तीनों आके कोल खलो जाते हैं गुरु साहब जी कोल और आके आते हैं कि सब नूं गुरु साहब जी एक करके मिल रहे होंगे ने ते माता नानकी जी ने जांदे जांदे गुरु साहब नूं एक गल आखी कि पुत्र जी जिवें खिड़िया होया चेहरा तुसीं लैके जा रहे हो ना इवें खिड़िया होया चेहरा तुसीं वापस लैके आना है ते माता जी नूं हाथ जोड़े गुरु तेग बहादुर महाराज जी ने और 7 वचन कहे ਇਹ बड़ी वड्डी गल है वाहिगुरु सानू लोगों आज तक यह नहीं पता कि गुरु तेग बहादुर महाराज जी का सीस आनंदपुर साहब क्यों आया यह सबसे मेन कारण है वो सीस दिल्ली दे विच भी संस्कार हो सकता है आस-पास दिल्ली दे किधरे भी जाके संस्कार हो सकता है ते उथों दी चाले पांदे ने गुरु तेग बहादुर महाराज जी अपने सपुत्र साहब नूं मिलदे ने उन्हां गुरु साहब जी उथों दी निकल चलदे ने ते माता महल जी जो महल ने गुरु साहब जी उन्हां कोलों भी गुरु साहब जी उथों भी निकलदे उन्हां नूं मिल के भी ते अपना गुरसिखां दे नाल उथे जा रहे होंदे ने कई जगह पड़ाव करते हुए गुरु साहब जी जब आगरे की धरती ते पहुंचते हैं उथे एक बकरियां चारने वाला जो होंदा है वो बंदा बहुत ही गरीब जिहा उथे बंदा उन्होंने मिलता है गुरु साहब जी जाके एक उथे बहुत बगीचा जिहा उथे जाके गुरु साहब जी बह जांदे ने गुरसिख मतलब जेहड़े उन्हां दे नाल सिख जा गए होंदे ने जब जाके उथे उन्होंने दसदा वे कि यह बकरियां चारने वाला बड़ा गरीब जिहा है ते गुरु साहब जी उते मुगल शासना ने ना इनाम रखा हुआ है कि 500 मोहरां जड़ियां दित्तियां जांदियां जेड़ा गुरु तेग बहादुर महाराज जी ने पकड़ाया ते गुरु साहब जी देखो अपनी शहादत देन जा रहे ने ते उस टाइम उन्होंने उस टाइम भी उन्होंने हेल्प दिखाई दे रही कि इस बंदे की मदद हो जाए गरीब है ते गुरु साहब जी ने की कीता अपनी अंगूठी ला के जो डायमंड दी अंगूठी से ला के दे देते वाहिगुरु ते और आख्या कि जाओ तुसी 2 डिब्बे मठियाइयां दे लेके आओ सन भुख लगी है गुरु साहब जी तरीका वधिया कि मैं अपनी गिरफ्तारी दे सकता बदस तरीके नाल जेको वो अंगूठी लेके मठियाई लैन पहुंचदा है ते मठियाई वाले नु अंगूठी देंदा है ओदा अंगूठी तेरे कोल किदों आ गई उन्होंने बोले अंगूठी तेरा मतलब तू चोरी करके ले आया उन्होंने कहा नहीं मैं चोरी नहीं की थी इंज गल है उथे एक कोई सिख पुरुष आए हुए ने कोई बगीचे बैठे हुए ने ते गुरु का ताल है गुरुद्वारा साहब सुशोभित है आगरे में ते उस जगह ते गुरु साहब जी फिर जाके सारे जड़े मतलब जड़े मुगल दे जड़े सिपाही हैं उन्हां लोगों ने इन्फॉर्म किया गया वो सारे जाके उथे घेरा पा लिया गुरु तेग बहादुर महाराज जी ने उथे जाके उन्होंने आख्या कि ये बंदा ठीक बोल रहा है तो गुरु साहब ने खुद आख्या कि इन 500 मोहरा दे दी जाए क्योंकि बहुत गरीब है तो गुरु साहब ने अपने आप को अरेस्ट करवाया उथे गुरु नानक दे घर दा दी जिहड़ी जोत है उन अरेस्ट कौन कर सकता है किसी ताकत है कोई नहीं कर सकता वो तो गुरु साहब जी खेड़ वरतांदे पे हैं कि गुरु साहब ने अपने आप को उथे अरेस्ट कराया फिर गुरु साहब जी उथों दे टुर पे ते उन्हां दिल्ली तो फौजां मुगलों ने करियां बहुत ही तादाद च फौज कर ली कि इन्हां नूं दिल्ली ले आया जाए वो फौजां आईयां 8-9 दिन लगे क्योंकि पैदल दे रस्ते होंदे आ 8-9 दिन दे विच जाके गुरु साहब ने जब उत्थे दिल्ली ले जाया गया ते दिल्ली विच अकबर बादशाह ने अपने लेवल च बिठाया वाहिगुरू मुगल शासक जिहड़ा है औरंगजेब माफी वाहिगुरू ते औरंगजेब ने अपने लेवल ते बिठाया सब उन्हां दे दरबार उहदा लगा होया कि तुसी उन्हां नूं ऑफर दिते गए 3-4 ऑफर दिते गए कि तुहानूं पैसे की कोई घाट नहीं रहेगी तुसी साडे धर्म च आ जाओ कि तुसी इस्लाम कबूल अगर कर लोगे ते ਅਸੀਂ भी इस्लाम मतलब ਤੁਹਾਡੇ जितने भी अनुशासन जितने भी ਤੁਸੀਂ बोलिया कि जितने भी हिंदू धर्म के लोग हैं सारे के सारे इस्लाम कबूल कर लेंगे तो अगो गल मैं बहुत शॉर्ट से खत्म करना चाहूँगा ते मनो गुरु साहब ने जब उन्हें साफ जितने भी उन्हें मतलब उन्हें ऑफर देते गुरु साहब ने कि इस्लाम कबूल करो सब कुछ दिता जाएगा ऐशो आराम देता गुरु साहब ने सारे नेगलैक्ट कर दिता मना कर दिता गुरु साहब ने कहा जो तुसी करना करो दुनिया दे विच अगर धर्म है इस्लाम धर्म अगर या हिंदू धर्म है तो वो अकाल पुरख के हुक्म से है तो तू आना मैं इस धर्म को खत्म कर देना उन्होंने कहा कि सिर्फ एक धर्म में चाहना पूरी दुनिया च रहे वो इस्लाम रहे उन्होंने कहा ऐसा हो नहीं सकता गुरु साहब ने कहा तू एक काम कर गुरु साहब ने एक लार्ज क्वांटिटी विच स्मॉल असि लोगों ने ब्लैक पेपर काली मिर्च मंगवाई ढेर सारी काली मिर्च मंगवा के गुरु साहब ने आख्या इन्होंने 24 आवर्स तक गर्म कर
गर्म किया गया एकदम जब वो राख हो गई, फिर उन्हें आख्या कि छानिया जाए। जब उस मिर्चा नु छानिया गया तो विचों 3 साबुत मिर्चा निकलियां और सारी मिर्चा खाक हो चुकियां। ते गुरु साहब ने आख्या कि तू आना पिया ना कि एक धर्म हिंदू धर्म है भी खत्म कर दिता जाए, इस्लाम धर्म ही रहे। आने वाले समय विच मेरा पुत्र एक ऐसा धर्म बनाएगा जो सदियां तक जानिया जाएगा। हुण तो 2 धर्म ने 3 धर्म होया करेंगे। इन्हीं गल सुन के वो चिड़ गया और परेशान हो गया। उन्होंने आख्या कि इन्हां को कैद कर दिता जाए। पिंजरे दे विच गुरु साहब नूं डाल दिता गया, कैद कर दिता गया। अगों हुण घटना है कि अगों वाहिगुरू उन्हां दे नाल जिहड़े 3 सिंह हन उन्हां नूं भी ऑफर बड़े दिते गए कि गुरु साहब ते मान नहीं रहे, तुसीं मान जाओ कि तुहाडी अच्छी शादी कर दी जाएगी, अच्छी बेगम मुसलमान धीआं दे नाल तुहाडी शादियां कर दित्तियां जांदियां, तुहानूं बहुत ऐशो आराम दिता जाएगा, सब कुछ दिता जाएगा। उन्हां भी सिखां ने भी सारा कुछ मना कर दिता। उन्हां कहा सानूं कुछ नहीं चाहिदा, ਅਸੀਂ ਗੁਰੂ ਦੇ ਸਿੱਖ ਹਾਂ ਤੇ ਗੁਰੂ ਦੇ ਨਾਲ ਹੀ ਅਸੀਂ ਆਏ ਹਾਂ ਤੇ ਗੁਰੂ ਦੇ ਚਰਨਾਂ ਦੇ ਉੱਤੇ ਅਸੀਂ ਟੁਰਨਾ। ਗੁਰੂ ਨੇ ਜੋ ਪੰਜ ਚਿੰਨ੍ਹ ਸਾਨੂੰ ਦਿੱਤੇ ਨੇ ਗੁਰੂ ਦੇ ਆਖੇ ਹੀ ਲੱਗਣਾ ਹੈ ਸਨ ਤੇ ਗੁਰੂ ਦਾ ਮੱਤ ਹੀ ਲੈ ਕੇ ਗੁਰਮੁਖ ਹਾਂ ਅਸੀਂ, ਗੁਰੂ ਸਾਹਿਬ ਦੇ ਮੱਤ ਹੀ ਲੈਣੀ। ਗੁਰੂ ਸਾਹਿਬ ਦੇ ਸਾਹਮਣੇ ਉਹਨਾਂ ਤਿੰਨਾਂ ਨੂੰ ਸ਼ਹੀਦ ਕੀਤਾ ਗਿਆ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਇਆਲਾ ਜੀ। ਅਸੀਂ ਸਾਰੇ ਜਾਣਦੇ ਹਾਂ ਜਿਕਨ ਜਿਕਨ ਵਾਪਰਿਆ ਘਟਨਾ ਸਾਰੀਆਂ ਹੋਈਆਂ। ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਵਿੱਚੋਂ ਦੀ ਚੀਰ ਦਿੱਤਾ ਗਿਆ। ਭਾਈ ਸਤੀ ਦਾਸ ਜੀ ਨੂੰ ਕਾਟਨ 'ਚ ਲਪੇਟ ਕੇ ਜਿੰਦਾ ਜਲਾ ਦਿੱਤਾ ਗਿਆ। ਭਾਈ ਦਇਆਲਾ ਜੀ ਨੂੰ ਇੱਕ ਬੜਾ ਵੱਡੀ ਦੇਗ ਮੰਗਾ ਕੇ ਪਾਣੀ ਉਬਾਲ ਕੇ ਉਹਨਾਂ ਨੂੰ ਵਿੱਚ ਬਿਠਾ ਕੇ ਉਹਨਾਂ ਦੇ ਸਰੀਰ ਨੂੰ ਪੂਰਾ ਦਾ ਪੂਰਾ ਉਬਾਲ ਦਿੱਤਾ ਗਿਆ। मतलब जब भाई दयाला जी की अगर मैं गल करा तो उन्होंने उस टाइम आख्या है कि गुरु अर्जन देव महाराज जी अगे अरदास की उन्होंने, गुरु अर्जन देव महाराज जी जिहड़ा काम तुसी करके हटे हो ना, आज गुरु साहब जी आज मेरे उत्ते हो आई है ते मेरी तुसी लाज रख लेना, मेरी सिक्खी केसा सुआसा नाल ले बजाए होए। ਅਸੀਂ ਲੋਕ ਫੋਟੋ ਦੇਖਦੇ ਹਾਂ ਕਿ ਭਾਈ ਦਇਆਲਾ ਜੀ ਦਾ ਬੋਇਲ ਕਰਦੇ ਪਏ ਨੇ, ਦੇਗ ਦੇ ਵਿੱਚ ਰੱਖਿਆ ਹੋਇਆ ਉਹਨਾਂ ਨੂੰ, ਲੇਕਿਨ ਉਸ ਫੋਟੋ ਦੇ ਵਿੱਚ ਇਹ ਚੀਜ਼ ਕਲੀਅਰ ਨਹੀਂ ਕੀਤੀ। ਭਾਈ ਦਇਆਲਾ ਜੀ ਦੇ ਉੱਤੇ ਢੱਕਣ ਦੇ ਦਿੱਤਾ ਗਿਆ ਹੈ ਵਾਹਿਗੁਰੂ ਜਬ ਉਹਨਾਂ ਨੂੰ ਬਾਲਿਆ ਗਿਆ। ਉਸ ਤੋਂ ਬਾਅਦ ਉਹ ਸਥਿਤੀ ਹੋਏਗੀ ਜਦ ਢੱਕਣ ਹਟਾਇਆ ਗਿਆ ਤੇ ਮਾਸ ਅਲੱਗ ਹੋ ਚੁੱਕਿਆ ਸੀ, ਉਹਨਾਂ ਦੀਆਂ ਹੱਡੀਆਂ ਅਲੱਗ ਹੋ ਚੁੱਕੀਆਂ ਸੀ। ਉਹ ਭਾਈ ਮਤੀ ਦਾਸ ਜੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਜਦ ਆਰਾ ਉਹਨਾਂ ਦੇ ਸਿਰੇ ਤੇ ਚੱਲ ਰਿਹਾ ਸੀ, ਉਹਨਾਂ ਕੋਲ ਆਖਰੀ ਇੱਛਾ ਪੁੱਛੀ ਗਈ ਉਸ ਤੋਂ ਪਹਿਲਾਂ ਕਿ ਤੁਸੀਂ ਕੀ ਚਾਹੁੰਦੇ ਹੋ। ਉਹਨਾਂ ਆਖਿਆ ਆਖਰੀ ਇੱਛਾ ਸਾਡੀ ਕੀ ਹੈ ਕਿ ਸਾਡਾ ਮੁਖ ਜਿਹੜਾ ਹੈ ਗੁਰੂ ਵੱਲ ਹੋਣਾ ਚਾਹੀਦਾ। ਬੋਲੇ ਸੋ ਨਿਹਾਲ। ਅਸੀਂ ਅੱਜ ਗੁਰਸਿੱਖ ਹੋ ਕੇ ਗੁਰੂ ਦੇ ਮਤਲਬ ਸਿੱਖਾਂ ਦੇ ਘਰ ਜਨਮ ਲੈ ਕੇ ਆਪਣੀ ਮੱਤ ਦੇ ਉੱਤੇ ਟੁਰਨੇ ਆ, ਗੁਰੂ ਦੇ ਵੱਲ ਮੂੰਹ ਨਹੀਂ ਸਾਡਾ। ਅਸੀਂ ਗੁਰੂ ਨਾਲ ਪਿੱਠ ਕੀਤੀ ਹੋਈ ਹੈ, ਅਸੀਂ ਗੁਰੂ ਦੀ ਇੱਕ ਨਹੀਂ ਮੰਨਦੇ। ਗੁਰੂ ਨੂੰ ਮੱਥਾ ਜ਼ਰੂਰ ਆ ਕੇ ਰੋਜ਼ ਟੇਕ ਛੜਨੇ ਆ, लेकिन गुरु की मत तू ले आने मतलब गुरु दी मत ते ले। अगर तू गुरु दी मत नहीं लेगा तो कई जेड़े सियाने ने वो डूब गए। गुरु साहब आदे ने कई सियाने अपने आप को सियाना समझते ने कि मैं बड़ा सियाना हाँ, लेकिन मैं गुरु दी मत नहीं लैनी। जेड़ा गुरु दी मत नहीं लेगा, गुरु दी मत ते नहीं टुरेगा, वो सियाना नहीं, वो मूर्ख, वो गुरमुख नहीं है, वो मनमुख है। वो मनमुख हो के असीं की लै रहे हैं आज तक सिखां दे घर जन्म लैके रोमां दी बेदबी कर रहे हैं, रोमां नूं कट रहे हैं। माफ करिया जे मेरियां बड़ियां भैनां ते मेरे बड़े वीर जेड़े आज जाके दाड़ियां ट्रिम करांदे ने, मेरियां भैनां ब्यूटी पार्लर से जाके वैक्सीन करांदियां ने, पता नहीं की करांदियां। उन्होंने नहीं मालूम कि गुरु साहब ने की नहीं कीता। अगर साहिबजादियां दी गल कीती जावे, उन्होंने अपने आप नूं जिंदा दीवार च चनवा दिता कि सिक्खी मेरी कायम रहे, मेरे गुरु दा बूटा लगिया कायम रहे। गुरु साहब ने की आख्या गुरु गोबिंद सिंह महाराज जी ने, चार मुए तो क्या हुआ जीवत कई हजार। किना ना आख्या साडे लो वेख के आख्या है ना। और ਅਸੀਂ ਲੋਕ ਕੀ ਕਰ ਰਹੇ ਹਾਂ, ਅਸੀਂ ਕੀ ਕਰ ਰਹੇ ਹਾਂ? ਅਸੀਂ ਲੋਕ ਤੇ ਗੁਰੂ ਸਾਹਿਬ ਵੱਲ ਵੇਖਦੇ ਨਹੀਂ ਹਾਂ, ਲੇਕਿਨ ਗੁਰੂ ਸਾਹਿਬ ਦੀ ਮੰਨੀ ਨਹੀਂ ਹੈ ਅਸੀਂ। ਮੈਂ ਵਾਪਸ ਉਸੇ ਪੁਆਇੰਟ ਤੇ ਆਣਾ ਵਾਹਿਗੁਰੂ। ਹੁਣ ਆਈ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਮਾਂ ਆ ਚੁੱਕਿਆ ਵੇ, ਉਹਨਾਂ ਦੀ ਸ਼ਹੀਦੀ ਦਾ ਟਾਈਮ ਹੋ ਗਿਆ ਤੇ ਗੁਰੂ ਸਾਹਿਬ ਨੂੰ ਦੁਬਾਰਾ ਉਹਨਾਂ ਆਖਿਆ ਕਿ ਹੁਣ ਵੀ ਤੁਸੀਂ ਮੰਨ ਜਾਓ ਕਿ ਗੁਰਸਿੱਖਾਂ ਦੀ ਸ਼ਹਾਦਤ ਹੋ ਚੁੱਕੀ ਹੈ ਤੁਹਾਡੇ ਸਾਹਮਣੇ, ਤੁਸੀਂ ਸਾਡੇ ਆਫਰ ਨੂੰ ਐਕਸੈਪਟ ਕਰ ਲਓ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਹੀ ਆਖਿਆ ਕਿ ਨਹੀਂ ਹੋ ਨਹੀਂ ਸਕਦਾ। ਕਿਉਂਕਿ ਕਿਉਂ ਨਹੀਂ ਹੋ ਸਕਦਾ? ਕਿਉਂਕਿ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਹੋ ਰਿਹਾ ਜੋ ਵੀ ਹੋ ਰਿਹਾ ਤੇ ਤੂੰ ਚਾਹਨਾ ਧਰਮ ਹੀ ਖਤਮ ਹੋ ਜਾਵੇ, ਉਹ ਧਰਮ ਖਤਮ ਤੇ ਹੋ ਨਹੀਂ ਸਕਦਾ, ਇੱਕ ਹੋਰ ਧਰਮ ਆਏਗਾ। ਗੁਰੂ ਸਾਹਿਬ ਦੇ ਵੀ ਸ਼ਹਾਦਤ ਦਾ ਟਾਈਮ ਆ ਗਿਆ, ਗੁਰੂ ਸਾਹਿਬ ਨੂੰ ਵੀ ਆਖ ਦਿੱਤਾ ਗਿਆ, ਈਸਾਈ ਨੂੰ ਬੁਲਾਇਆ ਗਿਆ। ਉਹ ਆਪਣੀ
ਜਿਹੜੀ ਉਹ ਕਿਰਪਾਨ ਜਿਹਦੇ ਨਾਲ ਗੁਰੂ ਸਾਹਿਬ ਨੂੰ ਸ਼ਹਾਦਤ ਕਰਨਾ ਚਾਹ ਰਿਹਾ ਹੈ ਉਸ ਨੂੰ ਤੇਜ਼ ਕਰਨਾ ਸ਼ੁਰੂ ਕਰ ਦਿੱਤਾ। ਐਕਚੁਅਲੀ ਉਹ ਤੇਜ਼ ਕੀ ਕਰ ਰਿਹਾ ਹੈ, ਗੁਰੂ ਸਾਹਿਬ ਨੂੰ ਦਿਖਾ ਰਿਹਾ ਹੈ ਡਰ। ਉਹ ਆਦਨੇ ਡਰ ਕਿਨ ਦਿਖਾਇਆ ਜਾਂਦਾ ਹੈ? ਜਿਹੜਾ ਆਪ ਅਕਾਲ ਹੋਵੇ, ਕਾਲ ਤੋਂ ਮੁਕਤ ਹੋਵੇ, ਅਕਾਲ ਪੁਰਖ ਨੂੰ ਕੋਈ ਡਰ ਵਿਖਾ ਸਕਦਾ ਹੈ? ਬ੍ਰਹਮ ਗਿਆਨੀ ਔਰ ਗੁਰੂ ਸਾਹਿਬ 'ਚ ਕੋਈ ਭੇਦ ਨਹੀਂ ਹੈ। ਧਰਤੀ ਵਿੱਚ ਬ੍ਰਹਮ ਗਿਆਨੀ ਕਿਉਂ ਆਉਂਦੇ ਨੇ? ਦੂਜਿਆਂ ਦਾ ਭਲਾ ਕਰਨ ਵਾਸਤੇ ਆਉਂਦੇ ਨੇ। ਤੇ ਗੁਰੂ ਸਾਹਿਬ ਆਪ ਭਲਾ ਕਰਨ ਵਾਸਤੇ ਸੰਸਾਰ ਦੇ ਆਏ। ਗੁਰੂ ਸਾਹਿਬ ਦੀ ਸ਼ਹਾਦਤ ਹੋ ਜਾਂਦੀ ਹੈ, ਉਹਨਾਂ ਦਾ ਸੀਸ ਜਿਹੜਾ ਹੈ ਘਰ ਤੋਂ ਅਲੱਗ ਹੋ ਜਾਂਦਾ ਹੈ। ਵਾਹਿਗੁਰੂ ਉਸ ਟਾਈਮ ਉਹ ਹਾਲਾਤ ਹੋ ਰਹੇ ਨੇ ਕਿ ਚਾਰੋਂ ਪਾਸੇ ਧੁੰਦੇ ਤੋਂ ਨੇਰਾ ਹੀ ਨੇਰਾ ਐਸੀ ਆਂਦੀ ਆਂਦੀ ਹੈ, ਮਤਲਬ ਕਿਸੇ ਨੂੰ ਕੁਝ ਨਹੀਂ ਦਿਖਾਈ ਦੇ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਇਹ ਵੀ ਅਕਾਲ ਪੁਰਖ ਦੀ ਖੇਡ ਆਈ। ਭਾਈ ਜੇਤਾ ਜੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੀ ਡਿਊਟੀ ਲਗਾਈ ਸੀ, ਭਾਈ ਜੇਤਾ ਜੀ ਪਹੁੰਚ ਚੁੱਕੇ ਨੇ। ਗੁਰੂ ਸਾਹਿਬ ਦਾ ਸੀਸ ਲੈ ਕੇ ਪੜਾਓ ਦਰ ਪੜਾਓ ਹੁੰਦੇ ਹੋਏ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਜਾਣਾ ਹੈ। ਉਹ ਸੀਸ ਉਹਨਾਂ ਉੱਥੋਂ ਚੁੱਕ ਲਿਆ। ਰਾਤ ਦਾ ਸਮਾਂ ਬੀਤ ਚੁੱਕਿਆ ਹੈ। ਉਸੇ ਵੇਲੇ ਵਾਹਿਗੁਰੂ ਪਹਿਲੋਂ ਮੈਂ ਅਗਰ ਗੱਲ ਕਰਾਂ ਕਿ ਉਸ ਤੋਂ ਪਹਿਲੋਂ ਦੀ ਅਗਰ ਗੱਲ ਮੈਂ ਕਰਾਂ ਤੇ ਭਾਈ ਜੇਤਾ ਜੀ ਕੀ ਕੀਤਾ ਹੈ, ਅਗਰ ਜਿਹੜਾ ਰਾਤ ਨੂੰ ਉਹਨਾਂ ਲੋਕਾਂ ਨੇ ਭਾਈ ਗੁਰਸਿੱਖਾਂ ਦੇ ਜਿਹੜੇ ਸ਼ਹਾਦਤ ਕੀਤੀ ਹੈ, ਤਿੰਨੋਂ ਗੁਰਸਿੱਖਾਂ ਦੀ, ਰਾਤ ਨੂੰ ਆ ਕੇ ਭਾਈ ਜੇਤਾ ਜੀ ਨੇ ਹੀ ਉਹਨਾਂ ਦੀ ਸੰਭਾਲ ਕੀਤੀ ਹੈ। ਉਹਨਾਂ ਦੇ ਸਾਰੇ ਸਰੀਰ ਨੂੰ ਚੁੱਕਿਆ, ਉੱਥੋਂ ਜਾ ਕੇ ਉਹਨਾਂ ਦਾ ਸੰਸਕਾਰ ਕੀਤਾ ਔਰ ਜਮਨਾ ਦੇ ਵਿੱਚ ਜਾ ਕੇ ਉਹਨਾਂ ਦੇ ਫੁੱਲ ਪ੍ਰਵਾਹ ਕੀਤੇ। ਇਹ ਸਾਨੂੰ ਲੋਕਾਂ ਨਹੀਂ ਮਾਲੂਮ, ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਹਿਸਟਰੀ ਦੀਆਂ ਸਾਨੂੰ ਨਹੀਂ ਪਤਾ। ਇਹ ਡਿਊਟੀ ਵੀ ਭਾਈ ਜੇਤਾ ਜੀ ਦੇ ਹੀ ਹਿੱਸੇ ਆਈ, ਇਹ ਸੇਵਾ ਭਾਈ ਜੇਤਾ ਜੀ ਨੇ ਹੀ ਕੀਤੀ। ਵਾਹਿਗੁਰੂ ਭਾਈ ਜੇਤਾ ਜੀ ਫਿਰ ਅੱਗੋਂ ਸੀਸ ਲੈ ਕੇ ਗੁਰੂ ਸਾਹਿਬ ਦਾ ਉੱਥੋਂ ਟੂਰ ਪੈਂਦੇ ਨੇ ਤੇ ਭਾਈ ਲੱਖੀ ਸਾਹਿਬ ਵੰਜਾਰਾ ਜੀ ਉੱਥੇ ਮੌਜੂਦ ਹੁੰਦੇ ਨੇ। ਬੜੇ ਵੱਡੇ ਮਤਲਬ ਟ੍ਰੇਡਰ ਹੁੰਦੇ ਨੇ, ਮਤਲਬ ਉਹਨਾਂ ਵਪਾਰੀ ਹੁੰਦੇ ਨੇ। ਮੁਗਲਾਂ ਤੱਕ ਨੂੰ ਸਮਾਨ ਲੈ ਕੇ ਵੰਡਦੇ ਨੇ ਤੇ ਉਹਦੇ ਦਿੰਦੇ ਨੇ। ਭਾਈ ਲੱਖੀ ਸਾਹਿਬ ਵੰਜਾਰਾ ਜੀ ਉੱਥੋਂ ਦੀ ਉਹਨਾਂ ਦਾ ਧਾੜ ਬੋਡੀ ਲੈ ਕੇ ਗੁਰੂ ਸਾਹਿਬ ਦੀ ਲੈ ਕੇ ਜਾਂਦੇ ਨੇ। ਉਹਨਾਂ ਨੂੰ ਕੋਈ ਹੋਰ ਸਥਾਨ ਮਿਲਦਾ ਨਹੀਂ। ਉਹਨਾਂ ਕੀ ਕਰਦੇ ਨੇ, ਕਾਟਨ ਦਾ ਉਹਨਾਂ ਦਾ ਗੱਡਾ ਭਰਿਆ ਹੋਇਆ ਹੁੰਦਾ, ਉਸ ਕਾਟਨ ਦੇ ਗੱਡੇ ਦੇ ਵਿੱਚ ਭਾਈ ਗੁਰੂ ਸਾਹਿਬ ਜੀ ਦਾ ਬੋਡੀ ਜਿਹੜੀ ਰੱਖ ਕੇ ਆਪਣੇ ਘਰ ਦੇ ਵਿੱਚ ਹੀ ਜਾ ਕੇ ਆਪਣੇ ਪੂਰੇ ਦੇ ਪੂਰੇ ਘਰ ਨੂੰ ਅੱਗ ਲਾ ਦਿੰਦੇ ਗੁਰੂ ਸਾਹਿਬ ਦਾ ਸੰਸਕਾਰ ਕਰਨ ਵਾਸਤੇ। ਕਿਉਂਕਿ ਉੱਥੇ ਉਸ ਟਾਈਮ ਮੁਗਲਾਂ ਦੇ ਜਿਹੜੇ ਆਫੀਸਰ ਸਨ ਉਹ ਉਹਦੇ ਇਤਨੇ ਜ਼ਿਆਦਾ ਫੈਲ ਚੁੱਕੇ ਹਨ, ਉਹ ਕਿਸੇ ਨੂੰ ਪਤਾ ਲੱਗਣਾ ਹੀ ਨਹੀਂ ਚਾਹੁੰਦੇ ਹਨ ਕਿ ਗੁਰੂ ਸਾਹਿਬ ਦੀ ਜਿਹੜਾ ਵੇ ਸੰਸਕਾਰ ਕਿਸ ਜਗ੍ਹਾ ਤੇ ਹੋਏ। ਬੜੀ ਵੱਡੀ ਗੱਲ ਹੈ, ਅਸੀਂ ਆਪਣੇ ਘਰ ਦਾ ਇੱਕ ਕੋਈ ਚੀਜ਼ ਵੀ ਖਰਾਬ ਹੋ ਜਾਂਦੀ ਹੈ ਤੇ ਉਹ ਜੋੜਨ ਬਣਾਉਣ ਤੋੜਨ ਟੁੱਟ ਪੈਨੇ ਆ। ਇਹ ਗੁਰੂ ਦਾ ਸਿੱਖ ਵੇਖੋ ਕਿੰਨਾ ਭਾਗਾ ਵਾਲਾ ਹੈ ਕਿ ਗੁਰੂ ਸਾਹਿਬ ਦਾ ਸੰਸਕਾਰ ਕਰਨ ਵਾਸਤੇ ਪੂਰੇ ਦਾ ਪੂਰੇ ਘਰ ਨੂੰ ਹੀ ਅੱਗ ਲਾ ਦਿੱਤੀ। ਵਾਹਿਗੁਰੂ ਜੀ ਅਸੀਂ ਕਿਰਪਾ ਕਰਨ ਗੁਰੂ ਸਾਹਿਬ ਜੀ ਸਾਡੇ ਉੱਤੇ। ਅਸੀਂ ਵੀ ਗੁਰੂ ਸਾਹਿਬ ਦੇ ਜਿਹੜੇ ਚਲਾਈਆਂ ਹੋਈਆਂ ਗੱਲਾਂ ਨੇ, ਗੁਰੂ ਸਾਹਿਬ ਨੇ ਜੋ ਸਾਨੂੰ ਸਿੱਖਿਆ ਦਿੱਤੀਆਂ ਨੇ, ਉਹਨਾਂ ਤੇ ਅਸੀਂ ਤੁਰ ਪਈਏ ਤੇ ਗੁਰੂ ਵਾਲੇ ਬਣੀਏ। 4 ਤਾਰੀਖ ਨੂੰ ਅੰਮ੍ਰਿਤ ਸੰਚਾਰ। ਵਾਹਿਗੁਰੂ ਗੁਰੂ ਸਾਹਿਬ ਜੀ ਅਲੀਗੜ੍ਹ ਦੀ ਧਰਤੀ ਉੱਤੇ ਬਹੁਤ ਸਾਲਾਂ ਬਾਅਦ ਗੁਰੂ ਸਾਹਿਬ ਜੀ ਇਹ ਕਿਰਪਾ ਕੀਤੀ ਹੈ। ਗੁਰੂ ਰਾਮਦਾਸ ਨਗਰ 'ਚ ਇਹ ਉਪਰਾਲਾ ਹੋ ਰਿਹਾ ਕਮੇਟੀ ਦੇ ਦੁਆਰਾ। ਤੇ ਕਿਰਪਾ ਕਰੋ ਜਿਹੜੇ ਜਿਹੜੇ ਗੁਰੂ ਵਾਲੇ ਅਜੇ ਤੱਕ ਨਹੀਂ ਬਣੇ, ਕਿਰਪਾ ਕਰਕੇ ਜਾਓ ਉਹ ਜਾ ਕੇ ਗੁਰੂ ਵਾਲੇ ਬਣੋ ਤੇ ਅੰਮ੍ਰਿਤ ਛਕੋ। 11:15 ਵਜੇ ਕਰੀਬ ਤੱਕ ਉੱਥੇ ਪਹੁੰਚਣਾ ਹੈ। ਕੇਸ਼ੀ ਇਸ਼ਨਾਨ ਕਰਕੇ ਬਾਕੀ ਗਾਤਰੇ ਸਾਹਿਬ ਵਗੈਰਾ ਜੋ ਵੀ ਤੁਹਾਡੇ ਉੱਥੇ ਸਭ ਉੱਥੇ ਅਵੇਲੇਬਲ ਹੋ ਜਾਂਦੇ ਤੁਹਾਨੂੰ ਉੱਥੇ। ਵਾਹਿਗੁਰੂ ਕਕਾਰ ਜਿਹੜੇ ਨੇ, ਵਾਹਿਗੁਰੂ ਕਿਰਪਾ ਕਰੋ ਗੁਰੂ ਵਾਲੇ ਬਣ ਜਾਓ। ਮੌਕਾ ਮਿਲ ਰਿਹਾ ਹੈ ਗੁਰੂ ਸਾਹਿਬ ਜੀ। ਅਸੀਂ ਪੰਜਾਬੀਆਂ ਦੇ ਘਰ ਜ਼ਰੂਰ ਪੈਦਾ ਹੋ ਗਏ ਹਾਂ, ਲੇਕਿਨ ਅਸੀਂ ਆਪਣੇ ਆਪ ਨੂੰ ਅਗਰ ਸਿੱਖ ਆਖਦੇ ਹਾਂ ਜਾਂ ਬੀਬੀਆਂ ਸਿੰਘਣੀਆਂ ਆਖਦੇ, ਸਿੰਘਣੀਆਂ ਸਿੱਖ ਨਹੀਂ। ਜਦ ਤੱਕ ਅਸੀਂ ਅੰਮ੍ਰਿਤ ਨਹੀਂ ਛਕਣਾ, ਪ੍ਰਥਮ ਰਹਿਤ ਖੰਡੇ ਕੀ ਪਾਵਨ ਗੁਰੂ ਸਾਹਿਬ ਨੇ ਆਖੀ ਤੇ ਪ੍ਰਥਮ ਰਹਿਤ ਜਦ ਤੱਕ ਉਹ ਲੈਣੀ ਨਹੀਂ ਨਾ, ਤਦ ਤੱਕ ਗੁਰੂ ਵਾਲੇ ਨਹੀਂ ਬਣਨਾ। ਅਸੀਂ ਗੁਰਸਿੱਖ ਹਾਂ ਹੀ ਨਹੀਂ। ਉਹ ਗੱਲ ਵੱਖਰੀ ਹੈ ਅਸੀਂ ਦਾੜੀ ਰੱਖ ਲਈਏ, ਕੇਸ਼ ਰੱਖ ਲਿੱਤੇ ਨੇ, ਲੇਕਿਨ ਅਸੀਂ ਗੁਰੂ ਵਾਲੇ ਨਹੀਂ ਹਾਂ। ਪਰਵਾਨੀ ਬਿਲਕੁਲ ਪਰਵਾਨੀ ਹੈ ਗੁਰੂ ਸਾਹਿਬ ਦੇ ਘਰ। ਪਰਵਾਨੀ ਉਦੋਂ ਨਹੀਂ ਹੁੰਦੀ ਜਦੋਂ ਗੁਰੂ ਸਾਹਿਬ ਦੇ ਪੁੱਤਰ ਬਣਾਂਗੇ, ਗੁਰੂ ਸਾਹਿਬ ਦੀ ਧੀਆਂ ਬਣਾਂਗੇ, ਗੁਰੂ ਸਾਹਿਬ ਦੇ ਆਖੇ ਲੱਗ ਜਾਵਾਂਗੇ। ਤੇ ਕਿਰਪਾ ਕਰੋ ਗੁਰੂ ਸਾਹਿਬ ਅੰਮ੍ਰਿਤ ਦੀ ਦਾਤ ਮਤਿਆਨਾ ਗੁਰੂ ਸਾਹਿਬ ਸਾਰਿਆਂ ਦੇ ਤੇ ਸਾਰੇ ਗੁਰੂ ਵਾਲੇ ਬਣੀਏ। ਔਰ ਵਾਹਿਗੁਰੂ ਜੀ ਜਿਹੜੇ ਜਿਹੜੇ ਪਤਿਤ ਹੋ ਗਏ ਨੇ, ਜਿਨ੍ਹਾਂ ਕੋਲੋਂ ਬੇਦਬੀ ਹੋ ਗਈ ਹੈ, ਉਹ ਵੀ ਗੁਰੂ ਸਾਹਿਬ ਕੋਲ ਮਾਫੀ ਮੰਗਣ, ਉਦੋਂ ਜਾ ਕੇ ਪੇਸ਼ ਹੋਣ ਪੰਜ ਪਿਆਰਿਆਂ ਦੇ ਸਾਹਮਣੇ ਮਾਫੀ ਮੰਗਣ ਤੇ ਉਹ ਜਿਹੜੀ ਸੇਵਾ ਤੋਂ ਅੱਲਾਹ ਨੂੰ ਕਬੂਲ ਪਾਓ ਸੇਵਾ ਤੇ ਗੁਰੂ ਸਾਹਿਬ ਕੋਲ ਮਾਫੀ ਮੰਗ ਕੇ ਤੇ ਵਾਪਸ ਗੁਰਸਿੱਖੀ ਦੀ ਜਿਹੜੀ ਫੁਲਵਾੜੀ ਹੈ ਨਾ ਉਹਦੇ ਵਿੱਚ ਆ ਕੇ ਖਿਲੋ ਔਰ ਆ ਕੇ ਗੁਰੂ ਸਾਹਿਬ ਦੇ ਸਿੱਖ ਬਣ ਕੇ ਜੀਓ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਭੁੱਲਾਂ ਚੁੱਕਾਂ ਦੀ क्षमा। ਵਾਹਿਗੁਰੂ ਜੋ ਗਲਤੀਆਂ ਹੋ ਗਈਆਂ ਮੇਰੀ ਝੋਲੀ 'ਚ ਪਾ ਨਾ ਦਾਤਾ, ਕਿਰਪਾ ਕਰਨੀ ਸੱਚੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ